बाप अते बेटे अते रूह पाक दे नाम उत्ते आमीन। मसीह विच प्यारे भराओ ते भैनों सारिਆਂ ਨੂੰ जय ਯਿਸੂ मसीह दी। ਅੱਜ ਰੋਜ਼ਿਆਂ ਦੇ ਦੂਜੇ ਹਫਤੇ ਦਾ ਬੁੱਧਵਾਰ ਹੈ। ਅੱਜ ਦਾ ਪਹਿਲਾ ਪਾਠ ਯਿਰਮੀਆ ਨਬੀ ਦੀ ਪੁਸਤਕ ਉਸ ਦਾ 18ਵਾਂ ਅਧਿਆਇ 18 ਤੋਂ 20 ਐਤ ਤੱਕ ਅਸੀਂ ਸੁਣਾਂਗੇ ਅਤੇ ਅੱਜ ਦੀ ਅੰਜੀਲ ਮੱਤੀ ਦੀ 20 ਅਧਿਆਇ 17 ਤੋਂ ਲੈ ਕੇ 28 ਐਤ ਤੱਕ ਅਸੀਂ ਸੁਣਾਂਗੇ। ਆਓ ਅਸੀਂ ਅੱਜ ਦੇ ਇਹਨਾਂ ਦੋਵਾਂ ਪਾਠਾਂ ਨੂੰ ਪੂਰੀ ਭਗਤੀ ਦੇ ਨਾਲ, ਅਦਬ ਦੇ ਨਾਲ, ਪਿਆਰ ਦੇ ਨਾਲ ਸੁਣੀਏ, ਮਨਨ ਕਰੀਏ ਅਤੇ ਇਹਨਾਂ ਪਾਠਾਂ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ। ਪਹਿਲਾ ਪਾਠ ਯਿਰਮੀਆ ਨਬੀ ਦੀ ਪੁਸਤਕ ਵਿੱਚੋਂ ਉਸ ਦਾ 18 ਬਾਬ 18 ਤੋਂ 20 ਆਇਤ ਤੱਕ। ਤਦ ਲੋਕਾਂ ਨੇ ਕਿਹਾ, ਆਓ ਅਸੀਂ ਯਿਰਮੀਆ ਦੇ ਲਈ ਕੋਈ ਪ੍ਰਬੰਧ ਕਰੀਏ। ਪ੍ਰੋਹਿਤ ਤੋਂ ਹਮੇਸ਼ਾ ਅਸੀਂ ਸਿੱਖਿਆ ਲੈ ਸਕਦੇ ਹਾਂ, ਬੁੱਧੀਮਾਨਾਂ ਤੋਂ ਸਲਾਹ ਅਤੇ ਨਬੀਆਂ ਤੋਂ ਪਰਮੇਸ਼ਵਰ ਦਾ ਸੰਦੇਸ਼ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਆਓ ਅਸੀਂ ਯਿਰਮੀਆ ਨੂੰ ਦੋਸ਼ੀ ਠਹਿਰਾਈਏ ਅਤੇ ਉਸ ਦੀ ਸੁਣਨਾ ਬੰਦ ਕਰੀਏ। ਇਸ ਲਈ ਮੈਂ ਇਹ ਪ੍ਰਾਰਥਨਾ ਕੀਤੀ, ਪ੍ਰਭੂ, ਜੋ ਮੈਂ ਕਹਿ ਰਿਹਾ ਹਾਂ ਸੁਣ, ਅਤੇ ਜੋ ਮੇਰੇ ਵੈਰੀ ਕਹਿ ਰਹੇ ਹਨ ਉਹ ਵੀ ਤੂੰ ਸੁਣ। ਕਿ ਭਲਾਈ ਦਾ ਬਦਲਾ ਬੁਰਾਈ ਹੈ, ਪਰ ਉਹਨਾਂ ਨੇ ਮੇਰੇ ਡਿੱਗਣ ਲਈ ਟੋਇਆ ਪੁੱਟਿਆ ਹੈ। ਯਾਦ ਕਰ ਪ੍ਰਭੂ, ਮੈਂ ਕਿਸ ਤਰ੍ਹਾਂ ਤੇਰੇ ਕੋਲ ਆ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਸੀ ਕਿ ਤੂੰ ਉਹਨਾਂ ਨਾਲ ਕ੍ਰੋਧਿਤ ਨਾ ਹੋਵੇਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਿਵੇਂ ਕਿ ਯਿਸੂ ਯਰੂਸ਼ਲਮ ਵੱਲ ਨੂੰ ਜਾ ਰਿਹਾ ਸੀ ਤਾਂ ਉਸ ਨੇ 12 ਚੇਲਿਆਂ ਨੂੰ ਵੱਖਰੇ ਕਰਕੇ ਰਸਤੇ ਵਿੱਚ ਉਹਨਾਂ ਨੂੰ ਕਿਹਾ, ਦੇਖੋ, ਅਸੀਂ ਯਰੂਸ਼ਲਮ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇਣਗੇ ਅਤੇ ਉਸ ਨੂੰ ਗੈਰ ਯਹੂਦੀਆਂ ਦੇ ਹਵਾਲੇ ਕਰ ਦੇਣਗੇ ਤਾਂ ਜੋ ਉਹ ਉਸ ਦਾ ਮਖੌਲ ਉਡਾਉਣ, ਉਸ ਨੂੰ ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜ੍ਹਾ ਦੇਣ ਅਤੇ ਉਹ ਤੀਜੇ ਦਿਨ ਜਿੰਦਾ ਕੀਤਾ ਜਾਵੇਗਾ। ਜਦ ਜਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਦੇ ਨਾਲ ਯਿਸੂ ਕੋਲ ਆਈ ਅਤੇ ਉਸ ਦੇ ਅੱਗੇ ਗੋਡਿਆਂ ਭਰਨੇ ਹੋ ਕੇ ਉਸ ਤੋਂ ਕੁਝ ਮੰਗਿਆ, ਉਸ ਨੇ ਉਸ ਔਰਤ ਨੂੰ ਪੁੱਛਿਆ, ਤੂੰ ਕੀ ਚਾਹੁੰਦੀ ਹੈ? ਉਸ ਨੇ ਕਿਹਾ, ਤੁਹਾਡੇ ਰਾਜ ਵਿੱਚ ਇਹ ਮੇਰੇ 2 ਪੁੱਤਰਾਂ ਨੂੰ ਆਗਿਆ ਦੇਵੋ, ਜੋ ਇੱਕ ਤੁਹਾਡੇ ਸੱਜੇ ਅਤੇ ਇੱਕ ਤੁਹਾਡੇ ਖੱਬੇ ਬੈਠੇ। ਪਰ ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਹੀਂ ਜਾਣਦੇ ਹੋ ਕਿ ਤੁਸੀਂ ਕੀ ਮੰਗ ਰਹੇ ਹੋ। ਕਿ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜੋ ਮੈਨੂੰ ਪੀਣਾ ਹੈ? ਕਿ ਤੁਸੀਂ ਉਹ ਬਪਤਿਸਮਾ ਲੈ ਸਕਦੇ ਹੋ ਜੋ ਮੈਂ ਲੈਣਾ ਹੈ? ਉਹਨਾਂ ਨੇ ਕਿਹਾ, ਅਸੀਂ ਕਰ ਸਕਦੇ ਹਾਂ। ਉਸ ਨੇ ਕਿਹਾ, ਤੁਸੀਂ ਮੇਰਾ ਪਿਆਲਾ ਤਾਂ ਪੀਵੋਗੇ, ਪਰ ਮੇਰੇ ਸੱਜੇ ਜਾਂ ਖੱਬੇ ਹੱਥ ਬੈਠਣ ਦਾ ਅਧਿਕਾਰ ਮੇਰੇ ਹੱਥ ਵਿੱਚ ਨਹੀਂ ਹੈ, ਸਗੋਂ ਇਹ ਉਹਨਾਂ ਲਈ ਹੈ ਜਿਨ੍ਹਾਂ ਲਈ ਮੇਰੇ ਬਾਪ ਨੇ ਇਸ ਨੂੰ ਤਿਆਰ ਕੀਤਾ ਹੋਇਆ ਹੈ। ਜਦੋਂ 10 ਨੇ ਇਹ ਸੁਣਿਆ ਤਾਂ ਉਹ ਉਹਨਾਂ ਦੋਵਾਂ ਭਰਾਵਾਂ ਉੱਤੇ ਬਹੁਤ ਵਿਗੜੇ। ਪਰ ਯਿਸੂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਤੁਸੀਂ ਜਾਣਦੇ ਹੋ ਕਿ ਦੂਜੀਆਂ ਕੌਮਾਂ ਦੇ ਹਾਕਮ ਆਪਣੀ ਪ੍ਰਜਾ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਸਰਦਾਰ ਉਹਨਾਂ 'ਤੇ ਸਰਦਾਰੀ ਜਤਾਉਂਦੇ ਹਨ, ਪਰ ਤੁਹਾਡੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੋਵੇਗਾ। ਸਗੋਂ ਤੁਹਾਡੇ ਵਿੱਚੋਂ ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਸੇਵਕ ਬਣਨਾ ਪਵੇਗਾ, ਅਤੇ ਤੁਹਾਡੇ ਵਿੱਚੋਂ ਜੋ ਕੋਈ ਪਹਿਲਾ ਬਣਨਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਦਾਸ ਬਣਨਾ ਹੋਵੇਗਾ। ਜਿਸ ਤਰ੍ਹਾਂ ਕਿ ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲਈ ਨਹੀਂ, ਸਗੋਂ ਸੇਵਾ ਕਰਨ ਲਈ ਅਤੇ ਬਹੁਤਿਆਂ ਦੀ ਰਿਹਾਈ ਲਈ
ਆਪਣੀ ਜਾਨ ਦਾ ਮੁਆਵਜ਼ਾ ਦੇਣ ਦੇ ਲਈ ਆਇਆ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਯਰੂਸ਼ਲਮ ਵੱਲ ਦੀ ਯਾਤਰਾ ਨੂੰ ਵੇਖਦੇ ਹਾਂ। ਤੇ ਜਦੋਂ ਪ੍ਰਭੂ ਯਿਸੂ ਯਰੂਸ਼ਲਮ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ। ਪਹਿਲੀ ਘਟਨਾ ਕੀ ਸੀ ਕਿ ਯਿਸੂ ਮਸੀਹ ਚੇਲਿਆਂ ਨੂੰ ਇੱਕ ਪਾਸੇ ਸੱਦ ਕੇ ਉਹਨਾਂ ਨੂੰ ਆਪਣੀ ਮੌਤ ਦੇ ਬਾਰੇ ਅਗੇਤਾ ਹੀ ਦੱਸਦੇ ਹਨ। ਉਹਨਾਂ ਨੂੰ ਦੱਸਦੇ ਹਨ ਕਿ ਮਨੁੱਖ ਦਾ ਪੁੱਤਰ ਪ੍ਰਧਾਨ ਪੁਰੋਹਿਤਾਂ, ਧਰਮ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਅਜੇ ਇਹ ਗੱਲਾਂ ਪ੍ਰਭੂ ਨੇ ਅਜੇ ਦੱਸੀਆਂ ਹੀ ਸਨ ਕਿ ਵੇਖੋ, ਯਕੂਬ ਅਤੇ ਯਹੂਨਾ ਦੀ ਮਾਂ ਯਿਸੂ ਦੇ ਅੱਗੇ ਆ ਕੇ ਬੇਨਤੀ ਕਰਦੀ ਹੈ ਕਿ ਹੇ ਪ੍ਰਭੂ, ਮੇਰੇ ਨਾਲ ਵਾਅਦਾ ਕਰੋ ਤੇ ਮੈਨੂੰ ਭਰੋਸਾ ਦਿਵਾਓ ਕਿ ਮੇਰੇ ਇਹ ਦੋਵੇਂ ਪੁੱਤਰ, ਇੱਕ ਤੁਹਾਡੇ ਸੱਜੇ ਪਾਸੇ ਅਤੇ ਦੂਜਾ ਤੁਹਾਡੇ ਖੱਬੇ ਪਾਸੇ ਹੋਵੇ। ਕਹਿਣ ਤੋਂ ਭਾਵ ਹੈ ਕਿ ਉਹਨਾਂ ਚੇਲਿਆਂ ਦੀ ਤੇ ਉਹਨਾਂ ਦੇ ਮਾਪਿਆਂ ਦੀ ਇਹੋ ਹੀ ਸੋਚ ਸੀ ਕਿ ਪ੍ਰਭੂ ਯਿਸੂ ਇੱਕ ਰਾਜਨੀਤਿਕ ਨੇਤਾ ਹੋਵੇਗਾ। ਉਹ ਜਿਹੜੇ ਰੋਮ ਦੇ ਉੱਤੇ ਰਾਜ ਕਰਨ ਵਾਲੇ ਰਾਜਿਆਂ ਨੂੰ ਗੱਦੀਆਂ ਤੋਂ ਲਾਵੇਗਾ ਤੇ ਆਪਣਾ ਇੱਕ ਰਾਜ ਕਾਇਮ ਕਰੇਗਾ। ਲੇਕਿਨ ਪ੍ਰਭੂ ਯਿਸੂ ਉਹਨਾਂ ਦੇ ਸਵਾਲ ਪੁੱਛਣ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਤੋਂ ਜਾਣੂ ਕਰਾਉਂਦਾ ਹੈ। ਕਹਿੰਦਾ ਹੈ ਕਿ ਮਨੁੱਖ ਦੇ ਪੁੱਤਰ ਦਾ ਦੁੱਖ ਸਹਿਣਾ, ਗੈਰ ਕੌਮਾਂ ਦੇ ਹਵਾਲੇ ਕੀਤਾ ਜਾਣਾ, ਮੌਤ ਦੀ ਸਜ਼ਾ ਦਿੱਤੇ ਜਾਣਾ, ਇਹ ਸਾਰੀਆਂ ਗੱਲਾਂ ਮਨੁੱਖ ਦੇ ਪੁੱਤਰ ਨਾਲ ਹੋਣੀਆਂ ਨੇ। ਤੇ ਆਖਰੀ ਆਇਤ ਦੇ ਵਿੱਚ ਪ੍ਰਭੂ ਕਹਿੰਦਾ ਹੈ, 28 ਆਇਤ ਦੇ ਵਿੱਚ ਕਹਿੰਦਾ ਹੈ ਕਿ ਜਿਸ ਤਰ੍ਹਾਂ ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲਈ ਨਹੀਂ ਸਗੋਂ ਕਰਨ ਦੇ ਲਈ ਆਇਆ ਹੈ। ਮੱਤੀ ਦੀ 9:13 ਵਿੱਚ ਵੀ ਅਸੀਂ ਇਹੋ ਗੱਲ ਨੂੰ ਦੇਖਦੇ ਹਾਂ। ਪ੍ਰਭੂ ਯਿਸੂ ਦੁਹਰਾਉਂਦਾ ਹੈ ਕਿ ਮੈਂ ਸੇਵਾ ਕਰਨ ਦੇ ਲਈ, ਨਾ ਕਿ ਕਰਾਉਣ ਦੇ ਲਈ ਆਇਆ। ਪ੍ਰਭੂ ਯਿਸੂ ਮਸੀਹ ਦੇ ਜੀਵਨ ਦਾ ਉਦੇਸ਼ ਇਹੋ ਹੀ ਸੀ ਕਿ ਉਹ ਦੂਜਿਆਂ ਦੀ ਸੇਵਾ ਕਰੇ। ਹੁਣ ਅੱਜ ਅੰਜੀਲ ਦੇ ਵਿੱਚ ਪ੍ਰਭੂ ਆਪਣੇ ਚੇਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਉਂਦਾ ਹੈ। ਅਸੀਂ ਲੂਕਾ ਦੀ ਅੰਜੀਲ 9ਵਾਂ ਅਧਿਆਇ 23 ਆਇਤ ਦੇ ਵਿੱਚ ਪੜ੍ਹਦੇ ਹਾਂ। ਪ੍ਰਭੂ ਕਹਿੰਦਾ ਹੈ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਜੋ ਕੋਈ ਮੇਰਾ ਚੇਲਾ ਬਣਨਾ ਚਾਹੁੰਦਾ ਹੈ, ਉਸ ਨੂੰ ਆਪਣੇ ਹਰ ਰੋਜ਼ ਦੀ ਸਲੀਬ ਉਠਾ ਕੇ ਮੇਰੇ ਪਿੱਛੇ ਚੱਲਣਾ ਹੈ। ਹਾਂ ਪਿਆਰਿਓ, ਪਦਵੀਆਂ ਲੈਣੀਆਂ ਬੜੀਆਂ ਸੌਖੀਆਂ ਹਨ, ਪਰ ਉਹਨਾਂ ਪਦਵੀਆਂ ਦੇ ਲਈ ਮਿਹਨਤ ਕਰਨਾ ਬੜਾ ਹੀ ਔਖਾ ਹੈ। ਹੁਣ ਇਹ ਦੋਵੇਂ ਚੇਲੇ ਆਪਣੀ ਮਾਂ ਦੇ ਨਾਲ ਯਿਸੂ ਦੇ ਸਾਹਮਣੇ ਆ ਗਏ ਅਤੇ ਸੱਜੇ ਅਤੇ ਖੱਬੇ ਬੈਠਣ ਦਾ ਅਧਿਕਾਰ ਮੰਗਣ ਲੱਗੇ। ਤੇ ਪ੍ਰਭੂ ਯਿਸੂ ਉਹਨਾਂ ਨੂੰ ਦੱਸਦਾ ਹੈ ਕਿ ਇੱਥੇ ਸੱਜੇ ਤੇ ਖੱਬੇ ਬਿਠਾਉਣ ਦਾ ਅਧਿਕਾਰ ਮੇਰਾ ਨਹੀਂ ਹੈ, ਉਹ ਸਵਰਗੀ ਬਾਪ ਦਾ ਹੈ। ਉਹ ਸਿਰਫ ਉਹਨਾਂ ਨੂੰ ਦੇਵੇਗਾ ਜੋ ਦਾਸ ਬਣਦੇ ਹਨ, ਜੋ ਆਪਣੇ ਆਪ ਨੂੰ ਨੀਵਾਂ ਕਰਦੇ ਹਨ, ਜੋ ਦੂਜਿਆਂ ਦੀ ਸੇਵਾ ਕਰਦੇ ਹਨ। ਹਾਂ ਪਿਆਰਿਓ, ਯਿਸੂ ਮਸੀਹ ਦੇ ਬਾਰੇ ਹੀ ਅੱਜ ਦੇ ਪਹਿਲੇ ਪਾਠ ਦੇ ਵਿੱਚ ਯਿਰਮੀਆ ਨਬੀ ਭਵਿੱਖਬਾਣੀ ਕਰਦੇ ਹਨ। ਭਵਿੱਖਬਾਣੀ ਕੀ ਕਰਦੇ ਹਨ ਕਿ ਮੈਂ ਆਪਣੇ ਲੋਕਾਂ ਦੇ ਲਈ ਭਲਾ ਕੀਤਾ, ਉਹਨਾਂ ਦੇ ਲਈ ਮੈਂ ਚੰਗੇ ਕੰਮ ਕੀਤੇ, ਲੇਕਿਨ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ। ਉਹ ਕਹਿੰਦੇ ਹਨ ਕਿ ਇਸ ਨੂੰ ਫੜੀਏ, ਇਸ ਦੇ ਉੱਤੇ ਜ਼ੁਲਮ ਕਰੀਏ। ਤੇ ਪ੍ਰਭੂ ਅੱਜ ਸਾਨੂੰ ਦੱਸਦਾ ਹੈ ਕਿ ਯਿਸੂ ਮਸੀਹ ਨੇ ਇਸ ਦੁਨੀਆ ਦੇ ਵਿੱਚ ਆ ਕੇ ਹਰੇਕ ਦਾ ਭਲਾ ਕੀਤਾ, ਹਰੇਕ ਨੂੰ ਪਿਆਰ ਕੀਤਾ, ਲੇਕਿਨ
ਆਪਣੇ ਹੀ ਯੀਸ਼ੂ ਦੇ ਆਪਣੇ ਹੀ ਲੋਕਾਂ ਨੇ, ਜਿਨ੍ਹਾਂ ਨੇ ਉਸ ਤੋਂ ਫਾਇਦਾ ਲਿਆ, ਉਹਨਾਂ ਨੇ ਹੀ ਯੀਸ਼ੂ ਦੇ ਉੱਤੇ ਦੋਸ਼ ਲਗਾਏ, ਉਹਨੂੰ ਸੂਲੀ ਤੇ ਚੜ੍ਹਾ ਦਿੱਤਾ। ਲੇਕਿਨ ਪ੍ਰਭੂ ਆਪਣੀ ਮਿਸ਼ਨ ਤੋਂ ਚੰਗੀ ਤਰ੍ਹਾਂ ਵਾਕਿਫ ਸੀ, ਇਸ ਲਈ ਉਹ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਸੇਵਾ ਕਰਨ ਲਈ ਆਇਆ ਹੈ, ਨਾ ਕਿ ਕਰਾਉਣ ਦੇ ਲਈ। ਤੇ ਅੱਜ ਉਹੀ ਪ੍ਰਭੂ ਸਾਨੂੰ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਕਹਿੰਦਾ ਹੈ ਕਿ ਤੁਸੀਂ ਵੀ ਹੁਣ ਸੇਵਾ ਕਰੋ। ਜਿਸ ਤਰ੍ਹਾਂ ਮੈਂ ਸੇਵਾ ਕੀਤੀ ਹੈ, ਜਿਸ ਤਰ੍ਹਾਂ ਮੈਂ ਦਾਸ ਬਣ ਗਿਆ ਹਾਂ, ਤੁਸੀਂ ਵੀ ਇੱਕ ਦੂਜੇ ਦੀ ਸੇਵਾ ਕਰੋ। ਤੁਸੀਂ ਵੀ ਦਾਸੀਆਂ ਬਣ ਜਾਓ। ਜੇਕਰ ਤੁਸੀਂ ਮੇਰੀ ਪੈਰਵੀ ਕਰਨੀ ਹੈ ਤੇ ਹਰ ਰੋਜ਼ ਦੀ ਸਲੀਬ ਉਠਾ ਕੇ ਮੇਰੇ ਪਿੱਛੇ ਆਓ। ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਦੁੱਖਾਂ ਦੀ, ਆਪਣੇ ਤਕਲੀਫਾਂ ਦੀ, ਆਪਣੇ ਬੇਰੁਜ਼ਗਾਰੀ ਦੀ, ਤੇ ਜੋ ਵੀ ਸਮਾਜ ਦੇ ਵਿੱਚ ਗਲਤ ਕੰਮ ਹੋ ਰਹੇ ਹਨ, ਉਹ ਸਾਰੀਆਂ ਸਲੀਬਾਂ ਉਠਾ ਕੇ ਯੀਸ਼ੂ ਦੇ ਪਿੱਛੇ ਚੱਲਣਾ ਹੈ। ਤੇ ਫਿਰ ਪ੍ਰਭੂ ਸਾਨੂੰ ਵੀ ਉਹ ਫਜ਼ਲ ਦੇਵੇਗਾ, ਦੁੱਖਾਂ ਦਾ ਪਿਆਲਾ ਪੀਣ ਦੇ ਲਈ ਸਾਨੂੰ ਵੀ ਉਹ ਫਜ਼ਲ ਦੇਵੇਗਾ, ਕਿਉਂਕਿ ਪ੍ਰਭੂ ਉਹਨਾਂ ਚੇਲਿਆਂ ਤੋਂ ਮੰਗ ਕਰਦਾ ਹੈ ਕਿ ਤੁਸੀਂ ਉਹ ਪਿਆਲਾ ਦੁੱਖਾਂ ਦਾ ਪੀ ਸਕਦੇ ਹੋ ਜੋ ਮੈਂ ਪੀਣਾ ਹੈ, ਕਿ ਤੁਸੀਂ ਉਹ ਬਪਤਿਸਮਾ ਲੈ ਸਕਦੇ ਹੋ ਜੋ ਮੈਂ ਲੈਣਾ ਹੈ। ਚੇਲੇ ਜਵਾਬ ਦਿੰਦੇ ਹਨ ਕਿ ਅਸੀਂ ਉਹ ਸਭ ਕੁਝ ਕਰਾਂਗੇ। ਤੇ ਪ੍ਰਭੂ ਕਹਿੰਦਾ ਹੈ ਠੀਕ ਹੈ, ਉਹ ਤੁਸੀਂ ਕਰਨਾ ਹੈ, ਤੁਸੀਂ ਸਹਿਣਾ ਹੀ ਹੈ, ਉਹ ਪਿਆਲਾ ਤੁਸੀਂ ਪੀਣਾ ਹੈ, ਪਰ ਸੱਜੇ ਖੱਬੇ ਹੱਥ ਬਿਠਾਉਣ ਦਾ ਅਧਿਕਾਰ ਮੇਰਾ ਨਹੀਂ ਹੈ, ਇਹ ਸਵਰਗੀ ਬਾਪ ਦਾ ਅਧਿਕਾਰ ਹੈ। ਤੇ ਜੇਕਰ ਅਸੀਂ ਵੀ ਇਹ ਸਾਰੇ ਕੰਮ ਕਰਾਂਗੇ, ਦੁੱਖਾਂ ਦੇ ਪਿਆਲੇ ਪੀਵਾਂਗੇ, ਦੁੱਖਾਂ ਦੀ ਸਲੀਬ ਉਠਾ ਕੇ ਯੀਸ਼ੂ ਦੇ ਪਿੱਛੇ ਚੱਲਾਂਗੇ, ਤੇ ਸਵਰਗੀ ਬਾਪ ਸਾਨੂੰ ਵੀ ਆਪਣੇ ਸੱਜੇ ਅਤੇ ਖੱਬੇ ਹੱਥ ਬਿਠਾਵੇਗਾ। ਅਤੇ ਜਿਸ ਤਰ੍ਹਾਂ ਮੱਤੀ ਦੀ ਅੰਜੀਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਖੁਦਾ ਆਪਣੇ ਚੁਣੇ ਹੋਏ ਪਾਕ ਲੋਕਾਂ ਨੂੰ ਕਹੇਗਾ, ਇਹ ਮੇਰੇ ਬਾਪ ਦੇ ਮੁਬਾਰਕ ਲੋਕੋ, ਆਓ ਇਸ ਰਾਜ ਦੇ ਵਿੱਚ ਦਾਖਲ ਹੋ ਜਾਓ ਜੋ ਤੁਹਾਡੇ ਲਈ ਜਗਤ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।